और शहर के मेन मरकजी रोड में एक शख्स है, वो बेचारा यहाँ पर सो रहा है। वजह है कि वो यहाँ पर रोड के। हेलो अस्सलाम वालेकुम भाई, उठो जा। ਤੁਹਾਡਾ ਪਹਿਲੇ ਘਰ-ਬਾਰ ਕਿੱਥੇ ਹੁੰਦਾ ਸੀ? ਭੈਣ ਭਰਾ ਰਿਸ਼ਤੇਦਾਰ ਵਗੈਰਾ ਤੁਹਾਡੇ? ਇਸ ਰੋਡ ਦੇ ਉੱਤੇ ਤੁਹਾਨੂੰ ਨੀਂਦ ਕਿਵੇਂ ਆ ਜਾਂਦੀ ਹੈ? ਬੂਢੀ ਲਾਲਾ ਜੀ ਹੁਣ ਕੀ ਕਰ ਸਕਦੇ ਆ। ਇਸ ਜ਼ਿੰਦਗੀ ਨਾਲ ਕਿੰਨੀ ਦੇਰ ਹੋ ਗਈ ਤੈਨੂੰ ਇੱਥੇ? ਦਿਨ ਤੇ ਰਾਤ ਕਿਵੇਂ? ਨਾਣਾ ਧੋਣਾ ਲੇਟਣਾ, ਪਾਕੀ ਨਾ ਪਾਕੀ ਛਾਤੀ ਨੂੰ ਕਿੰਨੀ ਦੇਰ ਹੋ ਗਈ ਤੇਰੀ? ਕੋਈ ਬੱਚੀ ਬੱਚਾ ਵੀ ਹੈ ਆਪਣੀ बीवी ਦੇ ਨਾਲ ਇੱਥੇ? RNN डिजिटल मीडिया की वीडियोस देखने के लिए हमारे चैनल को सब्सक्राइब कीजिए और बेल के आइकन पर क्लिक कीजिए ताकि आप हमारी आने वाली तमाम वीडियो से बाखबर रह सकें। बिस्मिल्लाहिर्रहमानिर्रहीम। अस्सलाम वालेकुम नाज़रीन, मैं राजा नसीर हूँ और आप देख रहे हैं RNN डिजिटल मीडिया। नाज़रीन, मैं कोई गांव देहात या नहीं आया, बल्कि मैं यहाँ पर लाहौर शहर के मेन मरकज़ी रोड फिरोजपुर रोड के ऊपर मौजूद हूँ। अगर मेरा कैमरामैन आपको दिखा सके, आप ये देख सकते हैं कि इस तरफ भी ट्रैफिक है और मैं एक ओवर हेड ब्रिज जो होता है, ऊपर वाला पुल, फ्लाई ओवर पुल, उसके ऊपर मौजूद हूँ। मेरे दाएं तरफ भी आप देख सकते हैं मेन शाहराह है, आप ये देख सकते हैं क्रॉसिंग हो रही, इधर से ट्रैफिक जा रही, उधर से भी ट्रैफिक जा रही है, ऊपर से भी आ जा रही है। लेकिन यहाँ पर मैं जो आपको दिखाने आया हूँ, एक शख्स है जिसने अपनी रिहाइश का बनाई हुई, कहाँ पर? ये जो ऊपर पुल के ऊपर क्यारी बनी हुई है, ये आप देख सकते हैं। यानी कि हुक्मरानों को हमारे देखना चाहिए क्या वसाइल से हमारी आवाम परेशान है, क्या है, किसको किस चीज़ की ज़रूरत है, इन लोगों से पूछा जाएगा। नहीं, मेरे साथ एक ऐसा बदहाल शख्स मौजूद है, रात को बारिश भी आई, वो बेचारा यहाँ पर सो रहा है। आखिर उसकी क्या मजबूरी है, उसकी क्या परेशानी है, उसका घर बार कहाँ है, उसके बहन भाई कहाँ है? क्या इंसानियत इतनी बुरी हो चुकी है कि हम किसी के ज़ख्मों के ऊपर हाथ नहीं रख सकते, हम किसी को मरहम पट्टी नहीं कर सकते, हम किसी की दाद रसी नहीं कर सकते, हम किसी को हौसला नहीं दे सकते। आइए हम गुफ्तगू करके जानते हैं उसके क्या मसाइल है, क्या वजह है कि वो यहाँ पर रोड के ऊपर ज़िंदगी गुजारने पर मजबूर है। आइए मेरे साथ जी नादन, आइए हम इनसे गुफ्तगू करके जानते हैं। हेलो अस्सलाम वालेकुम भाई, उठो जा भाईजान। अस्सलाम वालेकुम। अस्सलाम वालेकुम। ਵਾਲੇਕਮ ਸਲਾਮ। ਕੀ ਨਾਂ ਹੈ ਮੇਰੇ ਵੀਰ ਦਾ ਸੋਹਣੇ ਦਾ? ਨਵੀਦ। ਨਵੀਦ ਭਾਈ, ਕਿੰਨੀ ਉਮਰ ਹੈ ਤੁਹਾਡੀ? 30 ਸਾਲ ਹੈ। 30 ਸਾਲ। ਨਵੀਦ ਭਾਈ, ਪਹਿਲੇ ਕੀ ਕੰਮ ਕਰਦੇ ਸੀ ਤੁਸੀਂ? ਪਹਿਲੇ ਰੰਗ ਰੂੰਗ ਦਾ ਲਈ ਕਰਨਾ। ਰੰਗ ਰੂੰਗ ਦਾ ਕੰਮ ਕਰਦੇ। ਨਵੀਦ ਸਾਹਿਬ, ਤੁਹਾਡਾ ਪਹਿਲੇ ਘਰ-ਬਾਰ ਕਿੱਥੇ ਹੁੰਦਾ ਸੀ? ਭੈਣ ਭਰਾ ਰਿਸ਼ਤੇਦਾਰ ਵਗੈਰਾ ਤੁਹਾਡੇ ਕਿੱਥੇ? ਘਰ ਐਸੇ ਕੰਪਾਊਂਡ ਦੇ ਕੋਲ ਹੁੰਦਾ ਲਾਲਾ ਜੀ। ਅੱਛਾ, ਤੇ ਪੇਂਟ ਦਾ ਕੰਮ ਕਿਉਂ ਛੱਡਿਆ ਮੇਰੇ ਵੀਰ ਨੇ? ਆ ਗਿੱਟਾ ਦੇ ਸੱਟ ਲੱਗੀ ਦੱਸਦਾ। ਕਿੰਨੀ ਦੇਰ ਹੋ ਗਈ ਹੈ? ਆਹ ਨਾ ਸਾਲ ਹੋ ਚੱਲਾ ਲਾਲਾ ਜੀ। 1 ਸਾਲ। ਤੇ ਪੈਰ ਤੇ ਸੱਟ ਲੱਗੀ ਹੈ, ਪੈਰ ਦਿਖਾਓ ਜੀ ਇਹਨਾਂ ਦਾ। ਇਹ ਪੈਰ ਤੇ ਚੋਟ ਲੱਗੀ ਹੋਈ ਹੈ ਤੇ ਪੈਰ ਕੰਮ ਨਹੀਂ ਕਰਦਾ, ਚੜਿਆ ਨਹੀਂ ਜਾਂਦਾ ਉੱਤੇ ਹੁਣ ਕੰਮ ਕਰਨ ਲਈ? ਨਹੀਂ ਯਾਰ। ਵੈਸੇ ਤੁਸੀਂ ਕਾਰੀਗਰ ਹੋ ਪੇਂਟ ਦੇ? ਹਾਂ। ਅੱਛਾ, ਕੀ ਨਾਂ ਦੱਸਿਆ? ਅੱਛਾ ਨਵੀਦ ਸਾਹਿਬ, ਮੇਰੀ ਗੱਲ ਸੁਣੋ, 1 ਸਾਲ ਤੁਹਾਨੂੰ ਹੋ ਗਿਆ ਕੰਮ ਛੱਡੇ, ਇਸ ਰੋਡ ਦੇ ਉੱਤੇ ਤੁਹਾਨੂੰ ਨੀਂਦ ਕਿਵੇਂ ਆ ਜਾਂਦੀ ਹੈ ਯਾਰ? ਥੱਲੇ ਸ਼ੋਰ, ਉੱਤੇ ਸ਼ੋਰ, ਦਿਨ ਰਾਤ, ਤੁਹਾਡੇ ਕੋਲ ਹੈ ਤੇ ਕੁਛ ਨਹੀਂ, ਕਿਸੇ ਨੇ ਕੀ ਲੈ ਕੇ ਜਾਣਾ ਹੈ, ਲੁੱਟਣਾ ਕੀ ਹੈ, ਲੇਕਿਨ ਤੁਹਾਨੂੰ ਇੱਥੇ ਨੀਂਦ ਕਿਵੇਂ ਆ ਜਾਂਦੀ? ਬਸ ਲਾਲਾ ਜੀ, ਮਜਬੂਰੀ ਲਾਲਾ ਜੀ, ਹੁਣ ਕੀ ਕਰ ਸਕਦੇ ਆ। ਤੇ ਨਵੀਦ ਭਾਈ ਕੋਈ ਕੰਮ ਸ਼ਮ ਵੀ ਨਹੀਂ ਕਰਦੇ? ਨਹੀਂ। ਹੁਣ ਬਿਲਕੁਲ ਫਾਰਗ ਹੋ? ਇਹ ਦੱਸੋ ਮੇਰਾ ਭਰਾ, ਇਸ ਜ਼ਿੰਦਗੀ ਨਾਲ ਅੱਗੇ ਕਿਵੇਂ ਜ਼ਿੰਦਗੀ ਗੁਜ਼ਰੇਗੀ? ਤੂੰ ਬੜਾ ਪਰੇਸ਼ਾਨ ਹੈ, ਅਸੀਂ ਮਦਦ ਕਿਵੇਂ ਤੇਰੀ ਕਰ ਸਕਦੇ ਹਾਂ? ਲਾਲਾ ਜੀ ਕੋਈ ਕੰਮ ਕੁਮ ਕੋ ਚਲੋ ਹੋ ਜਾਵੇ, ਕੋਈ ਦੁਕਾਨ ਦਾ ਚਲੋ ਬੰਦਾ ਫਿਰ ਕਰ ਲੈਂਦਾ। ਕੋਈ ਕੀ ਕੰਮ ਕਰਨਾ ਚਾਹੇਗਾ? ਕੋਈ ਕੰਮ ਆਂਦਾ ਹੀ ਮੇਰਾ ਵੀਰ? ਹਾਂ, ਕਬਾੜ ਕਬੂੜ ਦਾ ਕਰ ਲਈਦਾ। ਕਬਾੜ ਦਾ ਕਰ ਲੇਗਾ? ਕਿੰਨੇ ਕੁ ਪੈਸੇ ਚਾਹੀਦੇ ਨੇ ਜਿਹਦੇ ਨਾਲ ਤੇਰਾ ਕੰਮ ਚੱਲ ਪਵੇ ਯਾਰ? ਦੇ ਮੇਰੀ ਗੱਲ ਸੁਣ, ਇੰਨੀ ਲੰਮੀ ਜ਼ਿੰਦਗੀ ਇੰਜ ਨਹੀਂ ਗੁਜ਼ਰਦੀ, ਕੀ ਕਹੇਗਾ? ਉਹ ਕੋਈ 50,000 ਲੱਖ ਹੋਵੇ ਲਾਲਾ ਜੀ, ਚਲੋ ਸਰਕਲ ਸਿੱਧਾ ਹੋ ਜਾਏਗਾ। ਕੋਈ ਛੋਟਾ ਮੋਟਾ ਮਕਾਨ ਦੁਕਾਨ ਕਿਰਾਏ ਤੇ ਲੈ ਲੇਗਾ ਤੇ ਕਬਾੜ ਦਾ ਕੰਮ ਕਰਨਾ ਸ਼ੁਰੂ ਕਰ ਦੇਗਾ, ਰੋਟੀ ਰੋਜ਼ੀ ਮਿਲ ਜਾਂਦੀ ਉਹਦੇ ਵਿੱਚੋਂ। ਪੱਕੀ ਗੱਲ ਇੰਜ ਕਰ ਲੇਗਾ? ਅਗਰ 50,000 ਰੁਪਇਆ ਕੋਈ ਅੱਲਾ ਦਾ ਨੇਕ ਬੰਦਾ ਤੇਰੀ ਮਦਦ ਕਰ ਦਿੰਦਾ ਤੇ ਤੂੰ ਕਰ ਲੇਗਾ ਨਾ ਕੰਮ? ਅੱਛਾ ਇਹ ਦੱਸ, ਕਿੰਨੀ ਦੇਰ ਹੋ ਗਈ ਤੈਨੂੰ ਇੱਥੇ? ਮੈਨੂੰ ਇੱਥੇ ਹੋ ਗਏ ਲਾਲਾ ਜੀ ਕਿ 5-6 ਮਹੀਨੇ ਤੋਂ ਹੋ ਗਏ ਨੇ ਇੱਥੇ, 2 ਮਹੀਨੇ ਹੋ ਗਏ ਨੇ ਮੈਨੂੰ ਕੋਲ ਤੇ। ਦਿਨ ਤੇ ਰਾਤ ਕਿਵੇਂ ਗੁਜ਼ਰਦੇ ਨੇ ਤੇਰੇ? ਖਿਆਲ ਨਹੀਂ ਆਂਦਾ? ਇਨਸਾਨ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਮੇਰਾ ਭਰਾ,
ਬਾਥਰੂਮ ਹੁੰਦਾ ਹੈ, ਨਹਾਣਾ ਧੋਣਾ ਲੇਟਣਾ, ਪਾਕੀ ਨਾ ਪਾਕੀ ਕਿਉਂ ਮੇਰਾ ਵੀਰ, ਕੀ ਕਹਿ ਰਿਹਾ ਵਾਂ ਮੈਂ? ਕਿਸ ਤਰ੍ਹਾਂ ਤੂੰ ਦਿਲ ਪਰੇਸ਼ਾਨ ਜਾਂ ਉਦਾਸ ਨਹੀਂ ਹੁੰਦਾ? ਆਹੋ ਜੀ, ਕਿਉਂ ਨਹੀਂ? ਤੂੰ ਮੇਰੇ ਨਾਲ ਵਾਅਦਾ ਕਰਦਾ ਹੈ, ਅਗਰ ਕੋਈ ਅੱਲਾ ਦਾ ਨੇਕ ਬੰਦਾ ਤੈਨੂੰ ਪੈਸੇ ਭੇਜ ਦੇਵੇ ਮੇਰੇ ਜ਼ਰੀਏ ਤੇ ਤੇਰੇ ਕੋਲ ਆ ਜੀ ਆਂਗੇ, ਪੈਸੇ ਤੈਨੂੰ ਅਸੀਂ ਕੰਮ ਕਰਵਾ ਕੇ ਆਪਣੇ ਹੱਥਾਂ ਨਾਲ ਦੇਾਂਗੇ, ਤੇ ਤੂੰ ਕਰ ਲੇਗਾ ਮੇਰਾ ਵੀਰ? ਆ ਲੈ ਫਿਰ ਤੇਰੀ ਜ਼ਿੰਦਗੀ ਆਸਾਨ ਨਹੀਂ ਹੋ ਜਾਏਗੀ। ਬਿਲਕੁਲ। ਅੱਛਾ, ਸ਼ਾਦੀ ਨੂੰ ਕਿੰਨੀ ਦੇਰ ਹੋ ਗਈ ਤੇਰੀ? 2 ਸਾਲ ਹੋ ਗਏ। ਕੋਈ ਬੱਚੀ ਬੱਚਾ ਵੀ ਹੈ? ਨਹੀਂ। ਅੱਛਾ, ਤੂੰ ਆਪਣੀ ਬੀਵੀ ਦੇ ਨਾਲ ਇੱਥੇ ਰਹਿਣਾ? ਹਾਂ। ਉੱਤੇ ਮਤਲਬ ਇਹ ਵੀ ਬੜਾ ਇੱਕ ਇਨਸਾਨੀਅਤ ਸੋਚ ਵਾਕਿਆ ਹੈ ਕਿ ਤੂੰ अपनी जवान बीवी दे नाल इत्थे सड़क ते सोना है। अल्लाह ना करे सो जिंदगी दे नाल बादी घाटी है। बेचारो मददगार, क्या हमारे मुल्क में ऐसा भी होता है? यार खुदा की कसम, आंखों में आंसू आ जाते हैं जब हम ऐसे लोगों को देखते हैं। खुदा की कसम, अगर आप एक वक्त की रोटी खाते हैं, घर में सोते हैं, नहाते हैं, धोते हैं, आप जैसा खुशकिस्मत इंसान कोई नहीं। क्योंकि जो इस टाइम दौर चल रहा है, आप यकीन करें मेरी दिल रो रहा है, आंखों में आंसू आ चुके हैं इस नवीद भाई की हालत है। नवीद साहब की कहना चाहोगे, सारे हालात दी वजूहात की बनी? वजूहात लाला जी है ही है, ਤੁਹਾਨੂੰ ਕਹਾਂ ਵੀ ਕਾਰੋਬਾਰ ਹੀ ਨਹੀਂ ਹੈ ਕੋਈ, ਤੇ ਫਿਰ ਕਾਰੋਬਾਰ ਹੋਵੇ ਤੇ ਫਿਰ ਤੇ ਲਾਲਾ ਜੀ ਬੰਦਾ ਚਲੋ ਧਿਆਨ ਲੱਗਾ ਰਹਿੰਦਾ ਵੇ। अच्छा, कुछ पढ़े भी हो? ਨਹੀਂ। कोई भैन भरा हैगा तेरा? कदी किसी ने नहीं पूछा कि यार तू किस हालत च जिन्ना मरदा की होंदा पिया? ਘਰ ਨਹੀਂ ਹੈ ਕੋਈ। है ही नहीं? मां बाप ਬਹੁਤ ਹੋ ਗਏ, किन्नी देर हुई? ਉਹਨਾਂ ਨੂੰ 2 ਸਾਲ ਹੋ ਗਏ। 2 साल हो गए। इथों 2 महीने च कदी किसी ने नहीं राहगीर ने पूछा कि भरा नवीद तू किस हाल च? रोटी खादी हो नहीं खादी, चाह पीती हो नहीं पीती, पानी पीता है नहीं पीता? नहीं लाला, कदी नहीं पूछा। नाज़रीन, आप यहाँ से अंदाज़ा लगाएं हमारे माशरे की बेहसी, कि हम किसी के मुंह में एक पानी एक नहीं घूंट दे सकते। ये हमारे माशरे का अलमिया है। ये हम मुसलमान हैं सिर्फ नाम के, कि हमारे बगल में एक बंदा परेशान हाल रोड के ऊपर सो रहा है, कभी हमने किसी से पूछना तक गवारा नहीं किया। यार कहाँ है इंसानियत? खुदा की कसम, इंसानियत शर्मा जाती है हमारी हरकत से। यार अगर हम 500,000 में से कोई 100-200 इस बेचारे के ऊपर भी लगा देंगे, अभी इंशाल्लाह हम इसको जूस बोतल जो हमारे से हो सके हम वो भी लेकर देंगे। बहुत ही अफसोसनाक बात है, हमें इसकी मदद करनी चाहिए, हमें मैदान में उतरना चाहिए और इस बंदे को रोज़गार देना चाहिए और इसको अपने पाँव पर खड़ा करना चाहिए, ताकि पता नहीं किस हमारे अमाल से अल्लाह ताला की ज़ात राज़ी हो। बहुत ही इस अफसोसनाक लम्हात के साथ दीजिए अपने मेज़बान राजा नसीर को इजाज़त। नेक्स्ट में दोबारा मिलेंगे। अल्लाह हाफ़िज़।